ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ਼ਹੀਦਾਂ ਦੀ ਨੀਂਹ ਰੱਖੀ। ਆਪਣਿਆਂ ਸਿੱਖਾਂ ਅੰਦਰ ਕੁਰਬਾਨੀ ਦਾ ਜਜ਼ਬਾ ਭਰ ਦਿੱਤਾ। ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰ ਉਪਕਾਰੀ। ਵੱਡੇ ਪਰ ਉਪਕਾਰੀ ਸੂਰਮੇ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ 2 ਕਿਰਪਾਨਾਂ ਧਾਰਨ ਕੀਤੀਆਂ, 2 ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ। ਹਿੰਮਤ ਬਾਹ ਕੋਟ ਗੜ ਦਰਵਾਜ਼ਾ ਬਲਖ ਬਖੀਰ ਦੀ। ਨਾਲ ਸਿਪਾਹੀ ਨੀਲ ਨਲ ਮਾਰ ਦੁਸ਼ਟਾਂ ਕਰੇ ਤਾਗੀਰ ਦੀ। ਪੱਗ ਤੇਰੀ ਕੀ ਜਹਾਂਗੀਰ ਦੀ। ਮਹਾਰਾਜ ਕਹਿੰਦੇ ਸਿੱਖੋ, ਨਾ ਕਿਸੇ ਦਾ ਹੱਕ ਖੋਹਣਾ ਤੇ ਨਾ ਕਿਸੇ ਨੂੰ ਆਪਣਾ ਹੱਕ ਖੋਹਣ ਦੇਣਾ। ਜਿਸ ਕੋਲ ਦੇਗ ਹੈ ਉਹ ਅੱਜ ਤੋਂ ਆਪਣੇ ਕੋਲ ਤੇਗ ਵੀ ਰੱਖੇ। ਜਿੱਥੇ ਦੇਗ ਅਤੇ ਤੇਗ ਆ ਜਾਵੇ ਉੱਥੇ ਸਿੱਖ ਦੀ ਫਤਿਹ ਯਕੀਨਨ ਹੈ। ਸ੍ਰੀ ਮੁਖਵਾਕ ਭੰਨਿਓ ਗਰੀਬ ਨਿਵਾਜ, ਸ਼ਸਤਰਨ ਕੇ ਆਧੀਨ ਹੈ ਰਾਜ। ਰਾਜ ਬਿਨਾ ਨਹਿ ਧਰਮ ਚੱਲੈ ਹੈ, ਧਰਮ ਬਿਨਾ ਸਭ ਦਲੈ ਮਲੈ ਹੈ। 6ਵੇਂ ਪਾਤਸ਼ਾਹ ਜੀ ਨੇ 4 ਜੰਗ ਲੜੇ, ਜ਼ੁਲਮ ਦਾ ਨਾਸ ਕੀਤਾ। ਗੁਰੂ ਦਾ ਸਿੱਖ ਉਦੋਂ ਤੋਂ ਤੇਗਾਂ ਮਾਰਦਾ ਆ ਰਿਹਾ ਹੈ। ਗੁਰੂ ਦੇ ਸਿੱਖਾਂ ਨੇ ਤੇਗਾਂ ਮਾਰੀਆਂ ਵੀ ਬੜੀਆਂ ਨੇ ਅਤੇ ਦੁਸ਼ਮਣਾਂ ਦੀਆਂ ਸਹਾਰੀਆਂ ਵੀ ਬੜੀਆਂ ਨੇ। ਆਪਣੇ ਹੱਕਾਂ ਖਾਤਰ ਸਿੱਖ ਜੂਝਦੇ ਰਹੇ ਨੇ ਤੇ ਅੱਜ ਵੀ ਜੂਝ ਰਹੇ ਨੇ। ਦੁਸ਼ਮਣ ਦੀ ਅੱਖ ਵਿੱਚ ਸਿੱਖ ਸਦਾ ਰੜਕਦਾ ਰਿਹਾ। ਦੁਸ਼ਮਣ ਹਮੇਸ਼ਾ ਸਿੱਖਾਂ ਨੂੰ ਖਤਮ ਕਰਨ ਦੀ ਸੋਚਦਾ ਰਿਹਾ। ਕਦੇ ਤਲਵਾਰ ਨਾਲ, ਕਦੇ ਗੋਲੀਆਂ ਨਾਲ। ਮੁੱਕਦੀ ਗੱਲ ਤੋਪਾਂ ਟੈਂਕਾਂ ਨਾਲ ਕੋਸ਼ਿਸ਼ਾਂ ਕਰ ਦੇਖ ਲਈਆਂ, ਪਰ ਸਿੱਖ ਨਹੀਂ ਮੁੱਕੇ। 20ਵੀਂ ਸਦੀ ਵਿੱਚ ਵੀ ਇਹ ਸਭ ਕੁਝ ਹੋਇਆ। ਆਪਣੇ ਹੱਕਾਂ ਖਾਤਰ ਜੂਝ ਰਹੇ ਸਿੱਖਾਂ ਨੂੰ ਹੱਕ ਤਾਂ ਕੀ ਦੇਣੇ ਸਨ, ਸਗੋਂ ਸਿੱਖਾਂ ਨੂੰ ਮਾਰ ਮਕਾਉਣ ਵਿੱਚ ਕਸਰ ਨਾ ਛੱਡੀ ਗਈ। 1914 ਈਸਵੀ ਜਦੋਂ ਦੇਸ਼ ਦੀ ਆਜ਼ਾਦੀ ਲਈ ਜੂਝ ਰਹੇ ਗਦਰੀ ਬਾਬਿਆਂ ਦਾ ਜਹਾਜ਼ ਕਾਮਾਗਾਟਾ ਮਾਰੂ ਕਲਕੱਤੇ ਦੇ ਬਜਬਜ ਘਾਟ ਤੇ ਪੁੱਜਦਾ, ਅੰਗਰੇਜ਼ ਸੈਨਾ ਵੱਲੋਂ ਅੰਧਾਧੁੰਦ ਗੋਲੀਆਂ ਚਲਾ ਕੇ 18 ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਹੈ। ਈਸਵੀ 1919 ਨੂੰ ਜਲਿਆਂਵਾਲੇ ਬਾਗ ਵਿੱਚ ਉਦੋਂ ਦਿਨ ਸੀ ਵਿਸਾਖੀ ਦਾ। ਜਨਰਲ ਅਡਵਾਇਰ ਦੇ ਹੁਕਮ ਨਾਲ 1300 ਭਾਰਤੀਆਂ ਤੇ ਗੋਲੀਆਂ ਚਲਾ ਕੇ ਮਾਰ ਦਿੱਤਾ ਜਾਂਦਾ ਹੈ। ਉਹਨਾਂ 1300 ਮਰਨ ਵਾਲੇ ਭਾਰਤੀਆਂ ਵਿੱਚੋਂ 800 ਸਿੱਖ ਸ਼ਹੀਦ ਹੁੰਦੇ ਨੇ। ਈਸਵੀ 1921 ਨੂੰ ਅਵਤਾਰ ਅਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਨਨਕਾਣਾ ਸਾਹਿਬ ਦਾ ਸਾਕਾ ਹੁੰਦਾ ਹੈ। ਭਾਈ ਲਛਮਣ ਸਿੰਘ ਧਾਰੋਵਾਲ ਨੂੰ ਜਿਉਂਦੇ ਜੀ ਜੰਡ ਨਾਲ ਪੁੱਠਾ ਲਮਕਾ ਕੇ ਅੱਗ ਲਾ ਸ਼ਹੀਦ ਕੀਤਾ ਜਾਂਦਾ ਹੈ। 200 ਹੋਰ ਸਿੰਘਾਂ ਨੂੰ ਗੋਲੀਆਂ, ਟਾਪੇ, ਬਰਸ਼ੇ, ਕੁਹਾੜੇ, ਗੰਡਾਸਿਆਂ ਨਾਲ ਮਾਰਿਆ ਕੱਟਿਆ ਜਾਂਦਾ ਹੈ। ਲੱਕੜਾਂ ਦਾ ਢੇਰ ਲਾ ਕੇ ਮਿੱਟੀ ਦਾ ਤੇਲ ਪਾ ਕੇ ਜਿਉਂਦਿਆਂ ਨੂੰ ਸਾੜ ਕੇ ਸ਼ਹੀਦ ਕੀਤਾ ਜਾਂਦਾ ਹੈ। ਭਾਈ ਲਛਮਣ ਸਿੰਘ ਧਾਰੋਵਾਲ ਤੇ 200 ਸਿੰਘਾਂ ਦੀ ਕੁਰਬਾਨੀ ਅਜਾਈ ਨਹੀਂ ਗਈ। ਸ੍ਰੀ ਨਨਕਾਣਾ ਸਾਹਿਬ ਆਜ਼ਾਦ ਹੋ ਗਿਆ। ਅਜੇ ਸ੍ਰੀ ਨਨਕਾਣਾ ਸਾਹਿਬ ਦੇ ਸਾਕੇ ਦੇ ਜ਼ਖਮ ਵੀ ਨਹੀਂ ਸਨ ਭਰੇ। ਈਸਵੀ 1947 ਵਿੱਚ ਦੇਸ਼ ਦੀ ਵੰਡ ਦਾ ਦੁਖਾਂਤ ਵਾਪਰਿਆ। ਲੱਖਾਂ ਦੀਆਂ ਸ਼ਹੀਦੀਆਂ। ਸ੍ਰੀ ਨਨਕਾਣਾ ਸਾਹਿਬ, ਪੰਜਾ ਸਾਹਿਬ ਪਾਕਿਸਤਾਨ ਵਿੱਚ ਰਹਿ ਜਾਣ ਕਰਕੇ ਸਿੱਖਾਂ ਤੋਂ ਵਿਛੜ ਜਾਂਦੇ ਹਨ। ਟ੍ਰੇਨਾਂ ਆਉਂਦੀਆਂ ਨੇ ਅੰਮ੍ਰਿਤਸਰ, ਜਿਉਂਦਿਆਂ ਦੀਆਂ ਨਹੀਂ ਲਾਸ਼ਾਂ ਦੀਆਂ। 15 ਅਗਸਤ 1947 ਨੂੰ ਭਾਰਤ ਆਜ਼ਾਦ ਹੁੰਦਾ ਹੈ। ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਅਤੇ ਰਾਜਸੀ ਪਾਰਟੀਆਂ ਕਾਂਗਰਸੀ ਨੇਤਾਵਾਂ ਦੇ ਸਹਿਯੋਗ ਕਰਨ ਕਰਕੇ 10 ਅਕਤੂਬਰ 1947 ਵਿੱਚ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਆਖਿਆ ਗਿਆ। ਜਰਾਇਮ ਕਹਿੰਦੇ ਨੇ ਜ਼ੁਲਮ ਕਰਨ ਵਾਲੇ ਨੂੰ, ਤੇ ਪੇਸ਼ਾ ਆਖਦੇ ਨੇ ਪੇਸ਼ਾਵਰ ਨੂੰ, ਮੁਜ਼ਲਮ ਨੂੰ। ਸਿੱਖ ਕੌਮ ਇੱਕ ਜਰਾਇਮ ਪੇਸ਼ਾ ਕੌਮ ਹੈ। ਸਿੱਧਾ ਸਾਦਾ ਮਤਲਬ ਇਹ ਹੈ ਕਿ ਸਿੱਖ ਜ਼ੁਲਮ ਕਰਨ ਵਾਲੀ ਕੌਮ ਹੈ। ਸਿੱਖ ਜਮਾਂਦਰੋਂ ਹੀ ਫਸਾਦੀ ਨੇ, ਫਸਾਦ ਕਰਦੇ ਨੇ, ਝਗੜੇ ਕਰਦੇ ਨੇ। ਭੁੱਲ ਗਏ ਸਾਰੇ ਵਾਅਦੇ ਜਿਹੜੇ ਆਜ਼ਾਦੀ ਤੋਂ ਪਹਿਲਾਂ ਗਾਂਧੀ, ਨਹਿਰੂ ਸਮੇਤ ਵੱਡੇ ਵੱਡੇ ਆਗੂਆਂ ਨੇ ਸਿੱਖਾਂ ਨਾਲ ਕੀਤੇ ਸਨ।
ਕਿ ਸਿੱਖਾਂ ਦੀ ਦੇਸ਼ ਵਿੱਚ ਆਜ਼ਾਦੀ ਹੋਵੇਗੀ, ਸਾਰੇ ਸਿੱਖਾਂ ਨੂੰ ਪੂਰਨ ਤੌਰ ਤੇ ਦੇਸ਼ ਵਿੱਚ ਬਰਾਬਰ ਦੇ ਸ਼ਹਿਰੀ ਹੋਣ ਦਾ ਮਾਣ ਪ੍ਰਾਪਤ ਹੋਵੇਗਾ। ਹੱਕ ਤਾਂ ਸਿੱਖਾਂ ਨੂੰ ਕੀ ਮਿਲਣੇ ਸਨ, ਸਗੋਂ 10 ਅਕਤੂਬਰ 1947 ਵਿੱਚ 55 ਦਿਨਾਂ ਬਾਅਦ ਸਭ ਵਾਅਦੇ ਤੋੜ ਕੇ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਆਖ ਕੇ ਸਾਰੇ ਸਿੱਖਾਂ ਦੀ ਤੌਹੀਨ ਕੀਤੀ ਗਈ। ਸਿੱਖਾਂ ਨੂੰ ਹਿੰਦੂ ਧਰਮ ਦਾ ਹਿੱਸਾ ਦੱਸਿਆ ਗਿਆ। ਪੰਜਾਬੀ ਤੇ ਪੂਰਨ ਤੌਰ ਤੇ ਪਾਬੰਦੀ ਲਾ ਦਿੱਤੀ ਗਈ ਤਾਂ ਜੋ ਗੁਰੂ ਦੇ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਨਾ ਪੜ੍ਹ ਸਕਣ, ਨਾ ਗੁਰਸਿੱਖੀ ਦਾ ਪ੍ਰਚਾਰ ਹੋਵੇ, ਨਾ ਕੋਈ ਸਿੱਖ ਆਪਣੇ ਗੁਰੂ ਦੀ ਕਿਰਪਾ ਮਾਣ ਸਕੇ। ਇੰਨਾ ਕੁਝ ਹੋ ਜਾਣ ਪਿੱਛੋਂ ਸਿੱਖਾਂ ਇਕੱਠੇ ਹੋ ਕੇ 1950 ਵਿੱਚ ਪੰਜਾਬੀ ਸੂਬਾ ਮੋਰਚਾ ਲਾ ਦਿੱਤਾ। ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਪਾਵਨ ਨਗਰੀ ਸ੍ਰੀ ਅੰਮ੍ਰਿਤਸਰ ਤੋਂ ਪੰਜਾਬੀ ਸੂਬਾ ਮੋਰਚਾ ਪ੍ਰਾਰੰਭ ਕੀਤਾ ਗਿਆ। ਉਸ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਇਕਬਾਲ ਸਿੰਘ ਜੀ ਪੰਜਾਬੀ ਸੂਬੇ ਮੋਰਚੇ ਦੀ ਅਗਵਾਈ ਕਰ ਰਹੇ ਸਨ। ਇਸ ਚੱਲ ਰਹੇ ਸੰਘਰਸ਼ ਨੂੰ ਰੋਕਣ ਵਾਸਤੇ ਹਿੰਦੂ ਸਰਕਾਰ ਨੇ ਪਿੰਡਾਂ ਵਿੱਚੋਂ, ਸ਼ਹਿਰਾਂ ਵਿੱਚੋਂ, ਕਸਬਿਆਂ ਵਿੱਚੋਂ ਨੌਜਵਾਨਾਂ ਨੂੰ, ਵਕੀਲਾਂ ਨੂੰ, ਪੱਤਰਕਾਰਾਂ ਨੂੰ, ਲਿਖਾਰੀਆਂ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ ਤਾਂ ਜੋ ਸਿੱਖਾਂ ਦੀਆਂ ਮੰਗਾਂ ਨੂੰ ਦਬਾਇਆ ਜਾ ਸਕੇ। ਸਮੇਂ-ਸਮੇਂ ਜ਼ਾਲਮ ਸਰਕਾਰਾਂ ਦੀਆਂ ਅੱਖਾਂ ਵਿੱਚ ਪਾਵਨ ਪਵਿੱਤਰ ਧਾਮ ਸ੍ਰੀ ਅੰਮ੍ਰਿਤਸਰ ਸਾਹਿਬ ਸਦਾ ਹੀ ਰੜਕਦਾ ਰਿਹਾ ਤੇ ਅੱਜ ਵੀ ਰੜਕ ਰਿਹਾ ਹੈ। ਪੰਡਿਤ ਜਵਾਹਰ ਲਾਲ ਨਹਿਰੂ ਨੇ ਬੜੀ ਚਲਾਕੀ ਦੇ ਨਾਲ ਸਿੱਖਾਂ ਵੱਲੋਂ ਖੁਦ ਮੁਖਤਿਆਰ ਪੰਜਾਬੀ ਸੂਬੇ ਦੇ ਸੰਘਰਸ਼ ਨੂੰ ਨੇਸਤੋ ਨਾਬੂਦ ਕਰਨ ਲਈ ਸ੍ਰੀ ਦਰਬਾਰ ਸਾਹਿਬ ਨੂੰ ਨਿਸ਼ਾਨਾ ਬਣਾਇਆ ਗਿਆ। 15 ਅਗਸਤ 1947 ਦੀ ਆਜ਼ਾਦੀ ਤੋਂ 8 ਸਾਲ ਬਾਅਦ ਭਾਰਤੀ ਹਕੂਮਤ ਦੀ ਨੀਅਤ ਉਦੋਂ ਜੱਗ ਜ਼ਾਹਰ ਹੋ ਗਈ ਜਦੋਂ ਪੁਲਿਸ ਤੇ ਫੌਜ ਵੱਲੋਂ ਸ੍ਰੀ ਦਰਬਾਰ ਸਾਹਿਬ 1955 ਵਿੱਚ ਕਹਿਰ ਢਾਇਆ ਗਿਆ। ਸ੍ਰੀ ਦਰਬਾਰ ਸਾਹਿਬ ਦਾ ਭਾਰੀ ਨੁਕਸਾਨ ਹੋਇਆ। ਨਹਿਰੂ ਨੇ ਹੁਕਮ ਕਰ ਦਿੱਤਾ ਪੰਜਾਬ ਦੇ ਮੁੱਖ ਮੰਤਰੀ ਭੀਮ ਸੈਨ ਸੱਚਰ ਨੂੰ ਦਰਬਾਰ ਸਾਹਿਬ ਤੇ ਹਮਲਾ ਕੀਤਾ ਜਾਵੇ। ਹਮਲੇ ਦੀ ਸਾਰੀ ਕਮਾਂਡ DIG ਮਹਾਸ਼ਾ ਅਸ਼ਵਨੀ ਕੁਮਾਰ ਸੈਣੀ ਨੂੰ ਦਿੱਤੀ ਗਈ। ਸ੍ਰੀ ਦਰਬਾਰ ਸਾਹਿਬ ਨੂੰ ਘੇਰਾ ਪਾ ਲਿਆ ਗਿਆ। 3 ਅਤੇ 4 ਜੁਲਾਈ ਦੀ ਅੱਧੀ ਰਾਤ ਨੂੰ ਪੁਲਿਸ ਵੱਲੋਂ ਹਮਲਾ ਕਰ ਦਿੱਤਾ ਗਿਆ ਤਾਂ ਜੋ ਸਿੱਖਾਂ ਦੀ ਉੱਠ ਰਹੀ ਆਵਾਜ਼ ਨੂੰ ਸਦੀਵ ਕਾਲ ਖਾਮੋਸ਼ ਕੀਤਾ ਜਾਵੇ। ਐਸੀ ਮਾਰ ਸਿੱਖਾਂ ਨੂੰ ਮਾਰੀ ਜਾਵੇ ਕੋਈ ਵੀ ਸਿੱਖ ਭਾਰਤੀ ਹਕੂਮਤ ਦੇ ਸਾਹਮਣੇ ਨਾ ਖੜਨ ਦੀ, ਨਾ ਬੋਲਣ ਦੀ ਕੋਈ ਵੀ ਜੁਰਤ ਨਾ ਕਰ ਸਕੇ। ਹਮਲੇ ਦਰਮਿਆਨ ਪ੍ਰੈਸ ਤੇ ਵੀ ਪਾਬੰਦੀ ਲਾ ਦਿੱਤੀ ਗਈ ਕਿਤੇ ਸ੍ਰੀ ਦਰਬਾਰ ਸਾਹਿਬ ਤੇ ਹੋਏ ਹਮਲੇ ਦੀ ਗੱਲ ਜੱਗ ਜ਼ਾਹਰ ਨਾ ਹੋਵੇ। ਸਿੰਘਾਂ ਨੂੰ, ਸਿੰਘਣੀਆਂ ਨੂੰ, ਭੁਜੰਗੀਆਂ ਨੂੰ, ਭੁਜੰਗਣਾਂ ਨੂੰ ਕਿਸੇ ਨੂੰ ਵੀ ਨਹੀਂ ਬਖਸ਼ਿਆ ਗਿਆ। ਸੰਗਤਾਂ ਉੱਪਰ ਗੋਲੀਆਂ ਦਾ ਮੀਂਹ ਵਰਸਾਇਆ ਗਿਆ। ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਤੇ ਹਜ਼ਾਰਾਂ ਸਿੱਖ ਸੰਗਤਾਂ ਦਾ ਘਾਣ ਕੀਤਾ ਗਿਆ। ਅਥਰੂ ਗੈਸ ਦੇ ਗੋਲੇ ਦਾਗੇ ਗਏ। ਪੈਟਰੋਲ ਤੋਂ ਬਣੇ ਬੰਬਾਂ ਨੂੰ ਸੁੱਟਿਆ ਗਿਆ। ਅੱਗ ਹੀ ਅੱਗ ਦੇ ਭਾਂਬੜ ਮਚ ਰਹੇ ਸਨ। 200 ਦੇ ਕਰੀਬ ਸਿੱਖਾਂ ਦੀਆਂ ਕੁਰਬਾਨੀਆਂ ਹੋਈਆਂ। 3000 ਸਿੱਖ ਬੁਰੀ ਤਰ੍ਹਾਂ ਜ਼ਖਮੀ ਹੋਏ। ਬੇਅੰਤ ਸੰਗਤਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਵਿੱਚ 427 ਬੀਬੀਆਂ ਸਨ। ਸ੍ਰੀ ਦਰਬਾਰ ਸਾਹਿਬ ਵਿੱਚ ਹੋ ਰਹੇ ਕੀਰਤਨ ਨੂੰ ਰੋਕ ਦਿੱਤਾ ਗਿਆ। ਸ੍ਰੀ ਅਖੰਡ ਪਾਠ ਸਾਹਿਬ ਨੂੰ ਵੀ ਰੋਕਿਆ ਗਿਆ। ਇਤਿਹਾਸ ਵਿੱਚ ਪਹਿਲੀ ਵਾਰ ਮੁਗਲ ਰਾਜ ਵੇਲੇ ਸ੍ਰੀ ਦਰਬਾਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਸ਼ਹੀਦ ਭਾਈ ਮਨੀ ਸਿੰਘ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਦੂਜੀ ਵਾਰ ਉਸੇ ਮੁਗਲ ਰਾਜ ਦੇ ਨਕਸ਼ੇ ਕਦਮਾਂ ਤੇ ਚੱਲਦਿਆਂ ਭਾਰਤੀ ਹਕੂਮਤ ਨੇ ਸ੍ਰੀ ਦਰਬਾਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਭੁਪਿੰਦਰ ਸਿੰਘ ਜੀ ਨੂੰ ਰਾਤੀ 12:30 ਵਜੇ ਗ੍ਰਿਫਤਾਰ ਕੀਤਾ। ਸ੍ਰੀ ਦਰਬਾਰ ਸਾਹਿਬ ਜੀ ਦੀ ਮਾਨ ਮਰਿਆਦਾ ਨੂੰ ਭੰਗ ਕੀਤਾ। 4 ਜੁਲਾਈ 1955 ਵਿੱਚ ਸ੍ਰੀ ਦਰਬਾਰ ਸਾਹਿਬ ਜੀ ਤੇ ਹਮਲਾ ਕਰਕੇ
ਬੇਅੰਤ ਸਿੱਖਾਂ ਨੂੰ ਨਸਲਕੁਸ਼ੀ ਕਰਕੇ ਭਾਰਤੀ ਹਕੂਮਤ ਦਾ ਢਿੱਡ ਨਹੀਂ ਸੀ ਭਰਿਆ। ਜੂਨ 1984 ਵਿੱਚ ਇੱਕ ਵਾਰ ਫੇਰ ਸਿੱਖਾਂ ਦੀ ਨਸਲਕੁਸ਼ੀ ਕਰਨ ਲਈ ਸੰਤ ਗਿਆਨੀ ਜਰਨੈਲ ਸਿੰਘ ਜੀ ਦਾ ਬਹਾਨਾ ਬਣਾ ਕੇ ਸ੍ਰੀ ਦਰਬਾਰ ਸਾਹਿਬ ਤੇ ਫੌਜ ਦੁਆਰਾ ਹਮਲਾ ਕਰਵਾ ਦਿੱਤਾ। ਗੰਗੂ ਦੀ ਔਲਾਦ ਨੇ ਸਮੇਂ-ਸਮੇਂ ਤੇ ਸਿੱਖਾਂ ਨਾਲ ਗਦਾਰੀਆਂ ਕੀਤੀਆਂ ਨੇ। ਉਸ ਗੰਗੂ ਦੀ ਔਲਾਦ ਕੋਲੋਂ ਸਿੱਖ ਭਲੇ ਦੀ ਆਸ ਨਾ ਰੱਖੇ। 1955 ਵਿੱਚ ਨਹਿਰੂ ਨੇ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ। ਜੂਨ 1984 ਵਿੱਚ ਨਹਿਰੂ ਦੀ ਧੀ ਇੰਦਰਾ ਗਾਂਧੀ ਨੇ ਹਮਲਾ ਕਰਵਾਇਆ। ਫਿਰ ਵਕਤ ਆਇਆ 1978 ਦਾ, ਜਦੋਂ ਨਕਲੀ ਨਿਰੰਕਾਰੀ ਗੁਰਬਚਨੇ ਨੇ ਬੜੀ ਅੱਤ ਚੁੱਕੀ ਹੋਈ ਸੀ। ਸੰਗਤ ਜੀ ਮਾਫ ਕਰਨਾ, ਮੇਰੀ ਕੌਮ ਦੀ ਇੱਕ ਬਦਕਿਸਮਤੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੀ ਉੱਚਾ ਦਰਜਾ ਪਹਿਲਾਂ ਪਖੰਡੀ ਬਾਬਿਆਂ ਨੂੰ ਦੇ ਦਿੰਦੇ ਹਾਂ, ਬਾਅਦ ਵਿੱਚ ਉਹੀ ਪਖੰਡੀ ਗੁਰੂ ਬਣ ਬੈਂਦੇ ਨੇ, ਰੱਬ ਬਣ ਬੈਂਦੇ ਨੇ। ਕਦੇ ਰਾਧਾ ਸੁਆਮੀ, ਕਦੇ ਪਨਿਆਰੇ ਵਾਲਾ, ਕਦੇ ਆਸ਼ੂਤੋਸ਼, ਕਦੇ ਸਿਰਸੇ ਵਾਲਾ, ਕਦੇ ਅੱਜ ਕੱਲ੍ਹ ਦੇ ਗੁਰੂ ਨਿੰਦਕ, ਗੁਰ ਇਤਿਹਾਸ ਨਿੰਦਕ ਮਰੀ ਜ਼ਮੀਰ ਵਾਲੇ। 1978 ਵਿੱਚ ਨਰਕਧਾਰੀ ਗੁਰਬਚਨਾ ਵੀ ਗੁਰੂ ਬਣੀ ਬੈਠਾ ਸੀ। ਨਰਕਧਾਰੀ ਗੁਰਬਚਨਾ ਸਿੱਖ ਗੁਰੂਆਂ ਦੇ ਉਲਟ ਬੋਲਣ ਲੱਗ ਪਿਆ। ਕਹਿੰਦਾ ਗੁਰੂ ਗੋਬਿੰਦ ਸਿੰਘ ਨੇ 5 ਪਿਆਰੇ ਬਣਾਏ ਨੇ, ਮੈਂ ਬਣਾਵਾਂਗਾ 7 ਸਿਤਾਰੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਦੀ ਲੰਘ ਕੇ ਆਖਦਾ ਸੀ, ਗੁਰੂ ਮੈਨੂੰ ਮੰਨੋ, ਗੁਰੂ ਗ੍ਰੰਥ ਤੇ ਸਿਰਫ ਇੱਕ ਕਿਤਾਬ ਹੈ। ਆਪਣਿਆਂ ਸ਼ਰਧਾਲੂਆਂ ਨੂੰ ਇਹੋ ਜਿਹੀਆਂ ਗੱਲਾਂ ਸਿਖਾਉਂਦਾ ਸੀ ਕਿ 35 ਸਾਲ ਤੱਕ ਕਿਸੇ ਵੀ ਇਸਤਰੀ ਦਾ ਜੱਤ ਸਤ ਭੰਗ ਕਰ ਸਕਦੇ ਹੋ। ਵਿਆਹ ਕਰਨਾ ਤਾਂ ਆਪਣੀ ਭੈਣ ਨਾਲ ਕਰਾਓ ਤਾਂ ਜੋ ਦਾਜ ਵਰਗੀਆਂ ਕੁਰੀਤੀਆਂ ਖਤਮ ਹੋ ਜਾਣ। ਆਹ ਕੁਝ ਸਿਖਾਉਂਦਾ ਸੀ ਨਰਕਧਾਰੀ ਗੁਰਬਚਨਾ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਤੇ ਗੁਰੂ ਡੰਮ ਕਰਨਾ ਸੀ। ਸਰਕਾਰ ਚਾਹੁੰਦੀ ਤਾਂ ਇਸ ਦੇ ਗੁਰੂ ਡੰਮ ਨੂੰ ਰੁਕਵਾ ਸਕਦੀ ਸੀ, ਪਰ ਮਾਮਲਾ ਸੀ ਵੋਟਾਂ ਦਾ, ਸਿੱਖਾਂ ਨੂੰ ਖਤਮ ਕਰਨ ਦਾ। ਅਖੰਡ ਕੀਰਤਨੀ ਜਥੇ ਦੇ ਸਿੰਘਾਂ ਅਤੇ ਦਮਦਮੀ ਟਕਸਾਲ ਦੇ ਸਿੰਘਾਂ ਨੇ ਸ਼ਾਂਤਮਈ ਤਰੀਕੇ ਨਾਲ ਗੁਰੂ ਡੰਮ ਦਾ ਵਿਰੋਧ ਕਰਨ ਗਏ ਸਿੰਘਾਂ ਉੱਪਰ ਨਰਕਧਾਰੀ ਗੁਰਬਚਨੇ ਦੇ ਗੁੰਡਿਆਂ ਨੇ ਗੋਲੀਆਂ ਚਲਾ ਦਿੱਤੀਆਂ। 13 ਸਿੰਘ ਸ਼ਹੀਦ ਹੋ ਗਏ, ਬੇਅੰਤ ਸਿੰਘ ਜ਼ਖਮੀ ਹੋਏ। ਭਾਰਤੀ ਹਕੂਮਤ ਅੱਖਾਂ ਬੰਦ ਕਰ ਸਭ ਕੁਝ ਦੇਖਦੀ ਰਹੀ। ਸਿੱਖਾਂ ਨਾਲ ਇਨਸਾਫ ਕਰਨ ਦੀ ਥਾਂ ਸਿੰਘਾਂ ਦੇ ਕਾਤਲਾਂ ਨੂੰ ਰਿਹਾ ਕੀਤਾ ਗਿਆ। ਨਰਕਧਾਰੀ ਗੁਰਬਚਨੇ ਨੂੰ ਅੰਮ੍ਰਿਤਸਰ ਤੋਂ ਸਖਤ ਸਿਕਿਉਰਿਟੀ ਵਿੱਚ ਦਿੱਲੀ ਪਹੁੰਚਾਇਆ ਗਿਆ। ਸਿੰਘਾਂ ਦੀਆਂ ਸ਼ਹੀਦੀਆਂ ਸ੍ਰੀ ਅੰਮ੍ਰਿਤਸਰ ਵਿੱਚ ਹੀ ਨਹੀਂ, ਦਿੱਲੀ ਵਿੱਚ ਵੀ ਹੋਈਆਂ, ਕਾਨਪੁਰ ਵਿੱਚ ਵੀ ਹੋਈਆਂ। 26 ਸਤੰਬਰ 1978 ਵਿੱਚ ਨਰਕਧਾਰੀ ਗੁਰਬਚਨੇ ਦੇ ਕੂੜ ਪ੍ਰਚਾਰ ਨੂੰ ਸ਼ਾਂਤਮਈ ਤਰੀਕੇ ਨਾਲ ਰੋਕਣ ਗਏ ਸਿੰਘਾਂ ਵਿੱਚੋਂ 13 ਸਿੰਘ ਸ਼ਹੀਦ ਕਰ ਦਿੱਤੇ ਸੀ। 74 ਸਿੰਘ ਜ਼ਖਮੀ ਹੋ ਗਏ ਸੀ ਉਸ ਵੇਲੇ। ਫਿਰ 5 ਨਵੰਬਰ 1978 ਦਿੱਲੀ ਵਿੱਚ ਵੀ 3 ਸਿੰਘਾਂ ਨੂੰ ਸ਼ਹੀਦ ਕਰ ਦਿੱਤਾ। 9 ਸਿੰਘ ਜ਼ਖਮੀ ਹੋਏ। 1978 ਵਿੱਚ ਨਰਕਧਾਰੀ ਗੁਰਬਚਨੇ ਅਤੇ ਭਾਰਤੀ ਹਕੂਮਤ ਵੱਲੋਂ ਬਾਲੀ ਹੋਈ ਅੱਗ ਦੇ ਅੰਗਿਆਰ ਜੂਨ 1984 ਵਿੱਚ ਅੱਗ ਦੇ ਭਾਂਬੜ ਬਣ ਗਏ। ਸਰਕਾਰੇ ਦਰਬਾਰੇ ਕਿਸੇ ਪਾਸੇ ਵੀ ਸਿੱਖਾਂ ਨੂੰ ਇਨਸਾਫ ਨਾ ਮਿਲਿਆ। ਅਖੀਰ ਲੱਗੀ ਫਿਰ ਖਾਲਸੇ ਦੀ ਕਚਹਿਰੀ। ਜੈਕਾਰ ਕੀਓ ਧਰਮੀਆਂ ਕਾ, ਪਾਪੀ ਕੋ ਡੰਡ ਦਿਓਏ। ਸਿੰਘਾਂ ਨੇ ਦੁਸ਼ਮਣਾਂ ਨੂੰ ਸਜ਼ਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਨਕਲੀ ਨਿਰੰਕਾਰੀ ਦਿਨ ਦਿਹਾੜੇ ਗੱਡੀ ਚਾੜੇ ਗਏ। 2-4 ਨਕਲੀ ਨਿਰੰਕਾਰੀਆਂ ਦੇ ਮਰਨ ਪਿੱਛੋਂ ਭਾਰਤੀ ਹਕੂਮਤ ਕੁੰਭਕਰਨੀ ਨੀਂਦ ਵਿੱਚੋਂ ਜਾਗ ਪਈ। 175 ਬਾਡੀਗਾਰਡ ਰੱਖਣ ਵਾਲੇ ਗੁਰਬਚਨੇ ਨਰਕਧਾਰੀ ਨੂੰ ਪੈ ਗਈ ਆਪਣੇ ਹੱਥਾਂ ਪੈਰਾਂ ਦੀ। ਬਚਨ ਦੇ ਬਥੇਰੇ ਯਤਨ ਕਰਦਾ ਰਿਹਾ। ਅਖੀਰ 7 ਸਿਤਾਰੇ ਚਮਕਾਉਣ ਵਾਲਾ
ਆਪਣਾ ਸਤਾਰਾ ਵੀ ਬੁਝਾ ਕੇ ਬਹਿ ਗਿਆ। ਦਮਦਮੀ ਟਕਸਾਲ ਦੇ ਸਿੰਘ ਭਾਈ ਕਾਬਲ ਸਿੰਘ ਤੇ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਨੇ 24 ਅਪ੍ਰੈਲ 1980 ਨੂੰ ਚਾੜ ਦਿੱਤਾ ਗੱਡੀ। ਸੰਤ ਜੀ ਮਾਝੇ ਵਿੱਚ ਪ੍ਰਚਾਰ ਕਰ ਰਹੇ ਸਨ। ਉਸ ਵੇਲੇ ਪਤਾ ਲੱਗਾ ਜਦੋਂ ਸੰਤਾਂ ਨੂੰ ਕਿ ਭਾਈ ਅਮਰੀਕ ਸਿੰਘ ਤੇ ਬਾਬਾ ਠਾਰਾ ਸਿੰਘ ਜੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਇਹ ਗੱਲ ਸੁਣਦਿਆਂ ਸੰਤ ਜੀ ਨਾਨਕ ਨਿਵਾਸ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਨੇ। ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਬਿਨਾਂ ਕਿਸੇ ਸ਼ਰਤ ਦੇ ਸਿੰਘਾਂ ਨੂੰ ਰਿਹਾ ਕਰਨ ਲਈ 19 ਜੁਲਾਈ 1982 ਵਿੱਚ ਸੰਤ ਜੀ ਵੱਲੋਂ ਧਰਮ ਯੁੱਧ ਮੋਰਚਾ ਲਾਇਆ ਗਿਆ। 51 ਸਿੰਘਾਂ ਦਾ ਜਥਾ ਹਰ ਰੋਜ਼ ਮੰਜੀ ਸਾਹਿਬ ਤੋਂ ਗ੍ਰਿਫਤਾਰੀਆਂ ਦੇਣ ਲਈ ਤੋਰਿਆ ਜਾਂਦਾ। ਸੰਤ ਜੀ ਦਾ ਧਰਮ ਯੁੱਧ ਮੋਰਚਾ 19 ਜੁਲਾਈ 1982 ਤੋਂ 4 ਅਗਸਤ 1982 ਤੱਕ ਬਿਨਾਂ ਕਿਸੇ ਨਿਰਵਿਘਨ ਦੇ ਚੱਲਦਾ ਰਿਹਾ। ਇਧਰ ਰਾਜਸੀ ਦੂਰ ਅੰਦੇਸ਼ੀ ਤੋਂ ਸਖਣਾ ਇੱਕ ਮਾੜੂ ਜਿਹਾ ਨੇਤਾ ਸੀ ਲੌਂਗੋਵਾਲ, ਜਿਹੜਾ ਉਸ ਵੇਲੇ ਅਕਾਲੀ ਦਲ ਦੀ ਵਾਗਡੋਰ ਸੰਭਾਲਦਾ ਸੀ। ਇਸ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਕਈ ਅੰਦੋਲਨ ਸ਼ੁਰੂ ਕੀਤੇ। 1980 ਵਿੱਚ ਭਾਰਤੀ ਹਕੂਮਤ ਵੱਲੋਂ ਬੱਸਾਂ ਦੇ ਕਿਰਾਏ ਵਿੱਚ ਕੀਤੇ ਹੋਏ ਵਾਧੇ ਵਾਪਸ ਲਏ ਜਾਣ। ਫਿਰ 1981 ਵਿੱਚ ਇੱਕ ਅੰਦੋਲਨ ਸ਼ੁਰੂ ਕੀਤਾ ਗਿਆ ਜਿਸ ਵਿੱਚ ਜਿਨਸਾਂ ਦੇ ਚੰਗੇ ਮੁੱਲ ਦੇਣ ਦੀ ਮੰਗ ਕੀਤੀ ਗਈ। 24 ਅਪ੍ਰੈਲ 1982 ਨੂੰ ਨਹਿਰ ਰੋਕੋ ਅੰਦੋਲਨ ਸ਼ੁਰੂ ਕੀਤਾ। ਇਸ ਮੋਰਚੇ ਨੂੰ ਲੋਕ ਕਪੂਰੀ ਦੇ ਮੋਰਚੇ ਨਾਮ ਨਾਲ ਜਾਣਦੇ ਸਨ। ਜਦੋਂ ਮੋਰਚੇ ਲਾਉਣ ਵਾਲਿਆਂ ਦੇ ਢਿੱਡਾਂ ਵਿੱਚ ਖੋਟ ਹੋਵੇ ਫਿਰ ਕੋਈ ਮੋਰਚਾ ਫਤਿਹ ਨਹੀਂ ਹੋਇਆ ਕਰਦਾ। ਅਕਾਲੀ ਲੀਡਰਾਂ ਦੀ ਮਾੜੀ ਕਿਸਮਤ, ਕੋਈ ਮੋਰਚਾ ਫਤਿਹ ਨਹੀਂ ਹੋਇਆ। ਪਰ ਦੂਜੇ ਪਾਸੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਦੁਆਰਾ ਚਲਾਇਆ ਗਿਆ ਧਰਮ ਯੁੱਧ ਮੋਰਚਾ ਚੜ੍ਹਦੀ ਕਲਾ ਵਿੱਚ ਸੀ। ਸੰਤ ਜੀ ਦੇ ਮੋਰਚੇ ਦਾ ਲਾਹਾ ਲੈਣ ਲਈ ਸ਼੍ਰੋਮਣੀ ਅਕਾਲੀ ਦਲ ਨੇ 25 ਜੁਲਾਈ 1982 ਨੂੰ ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਵਿੱਚ ਇੱਕ ਵੱਡਾ ਇਕੱਠ ਕੀਤਾ, ਜਿਸ ਵਿੱਚ ਸੰਤ ਜੀ ਦੇ ਧਰਮ ਯੁੱਧ ਮੋਰਚੇ ਨਾਲ ਆਪਣਾ ਮੋਰਚਾ ਲਾਉਣ ਦਾ ਪ੍ਰਣ ਕੀਤਾ ਤਾਂ ਜੋ ਲੋਕਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਮਾੜੀ ਮੋਟੀ ਇੱਜ਼ਤ ਬਣੀ ਰਵੇ। ਸੰਤ ਜੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਅਤੇ ਇਕੱਠੇ ਚੱਲਣ ਦਾ ਫੈਸਲਾ ਕੀਤਾ। 4 ਅਗਸਤ 1982 ਨੂੰ ਇਹ ਮੋਰਚਾ ਸ਼ੁਰੂ ਹੋਇਆ। ਨਾਮ ਧਰਮ ਯੁੱਧ ਮੋਰਚਾ ਹੀ ਰਿਹਾ। ਇਸ ਮੋਰਚੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਨੂੰ ਮੁੱਖ ਰੱਖਿਆ ਗਿਆ। ਸ੍ਰੀ ਅਨੰਦਪੁਰ ਸਾਹਿਬ ਦਾ ਮਤਾ 1973 ਵਿੱਚ ਲਿਖਿਆ ਗਿਆ ਸੀ। 2 ਮਹੀਨਿਆਂ ਦੇ ਵਿੱਚ ਪੰਜਾਬ ਦੀਆਂ ਜੇਲ੍ਹਾਂ ਨੱਕੋ ਨੱਕ ਭਰ ਦਿੱਤੀਆਂ ਗਈਆਂ ਸਨ। 11 ਸਤੰਬਰ 1982 ਵਿੱਚ ਇੱਕ ਦੁਖਾਂਤ ਵਾਪਰ ਗਿਆ। ਗ੍ਰਿਫਤਾਰੀਆਂ ਦੇਣ ਜਾ ਰਹੇ ਸਿੰਘਾਂ ਦੀ ਬੱਸ ਤਰਨਤਾਰਨ ਵਿਖੇ ਰੇਲਵੇ ਫਾਟਕ ਤੇ ਰੇਲ ਨਾਲ ਟਕਰਾ ਗਈ। 34 ਸਿੰਘ ਕੁਰਬਾਨੀਆਂ ਕਰ ਗਏ, ਬੇਅੰਤ ਸਿੰਘ ਜ਼ਖਮੀ ਹੋਏ। ਤਾਂ ਵੀ ਸਿੰਘਾਂ ਨੇ ਸਿਦਕ ਨਹੀਂ ਹਾਰਿਆ, ਅੱਗੇ ਵਾਂਗ ਗ੍ਰਿਫਤਾਰੀਆਂ ਦਿੰਦੇ ਹੀ ਰਹੇ। ਸਰਕਾਰ ਕੋਲ ਸਿੰਘਾਂ ਨੂੰ ਰਿਹਾ ਕਰਨ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਸੀ। ਆਖਰਕਾਰ ਸਾਰੇ ਸਿੰਘਾਂ ਨੂੰ ਸਰਕਾਰ ਨੇ ਰਿਹਾ ਕਰ ਦਿੱਤਾ। ਧਰਮ ਯੁੱਧ ਮੋਰਚੇ ਦੌਰਾਨ 4 ਅਪ੍ਰੈਲ 1983 ਨੂੰ ਰਸਤਾ ਰੋਕੋ ਅੰਦੋਲਨ ਸ਼ੁਰੂ ਕੀਤਾ ਗਿਆ। 17 ਜੂਨ 1983 ਨੂੰ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਗਿਆ। ਇਸ ਅੰਦੋਲਨ ਵਿੱਚ ਵੀ ਪੁਲਿਸ ਨੇ ਕਈ ਸਿੰਘ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤੇ। ਸੰਤ ਜੀ ਦੀ ਦਿਨੋਂ ਦਿਨ ਹੋ ਰਹੀ ਚੜ੍ਹਦੀ ਕਲਾ ਅਕਾਲੀ ਲੀਡਰਾਂ ਕੋਲੋਂ ਬਰਦਾਸ਼ਤ ਨਾ ਹੋਈ। ਪਹਾੜੀ ਰਾਜਿਆਂ ਵਾਂਗ ਅਕਾਲੀ ਲੀਡਰ ਸਭ ਕਸਮਾਂ ਤੋੜ ਕੇ ਦਿੱਲੀ ਸਰਕਾਰ ਦੀ ਅਪਵਿੱਤਰ ਗੋਦ ਵਿੱਚ ਜਾ ਬੈਠੇ। ਕੀਤੇ ਵਾਅਦਿਆਂ ਦਾ ਕੀ ਹੈ, ਕੁਰਸੀ ਨਾ ਕਿਤੇ ਖੁੱਸ ਜਾਵੇ। ਸੰਤਾਂ ਨੂੰ ਮਰਵਾਉਣ ਦੀਆਂ ਵਿਉਂਤਾਂ ਬਣਾਉਣ ਲੱਗੇ। ਪਰ ਕਿਸ ਦੀ ਜੁਰਤ ਸੀ
ਸੰਤ ਜਰਨੈਲ ਸਿੰਘ ਖਾਲਸਾ ਦੀਆਂ ਅੱਖਾਂ ਵਿੱਚ ਅੱਖਾਂ ਪਾ ਦੇਖਣ ਦੀ ਮਾਰਨਾ ਮਰਵਾਉਣਾ ਬਹੁਤ ਦੂਰ ਦੀ ਗੱਲ ਹੈ। 12 ਮੀਟਿੰਗਾਂ ਕੀਤੀਆਂ ਸਨ ਅਕਾਲੀ ਲੀਡਰਾਂ ਨੇ ਦਿੱਲੀ ਸਰਕਾਰ ਨਾਲ। ਉਹਨਾਂ 12 ਮੀਟਿੰਗਾਂ ਵਿੱਚ ਜੋ ਕੁਝ ਹੋਇਆ ਉਹ ਜੂਨ 1984 ਵਿੱਚ ਜੱਗ ਜ਼ਾਹਰ ਹੋ ਗਿਆ। ਹਕੂਮਤ ਵੱਲੋਂ ਹਿਮਾਚਲ ਪ੍ਰਦੇਸ਼ ਵਿੱਚ ਛੋਟੇ ਆਕਾਰ ਦੀ ਬਿਲਡਿੰਗ ਬਣਾ ਕੇ 17 ਦਿਨ ਫੌਜ ਨੂੰ ਸਿਖਲਾਈ ਦਿੱਤੀ ਗਈ। ਫਿਰ ਹੈਦਰਾਬਾਦ ਵਿੱਚ ਇੱਕ ਵੱਡੀ ਬਿਲਡਿੰਗ ਵਿੱਚ ਸਿਖਲਾਈ ਦਿੱਤੀ ਗਈ। ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨਾ ਤਾਂ ਹੀ ਫੌਜ ਨੂੰ ਸਿਖਲਾਈ ਦਿੱਤੀ ਜਾ ਰਹੀ ਸੀ। ਸਾਰੇ ਸਿੱਖ ਇੱਕ ਗੱਲ ਹੋਰ ਯਾਦ ਰੱਖੋ, ਸ੍ਰੀ ਦਰਬਾਰ ਸਾਹਿਬ ਤੇ ਹੋਏ ਹਮਲੇ ਪਿੱਛੇ RSS ਦਾ ਵੀ ਪੂਰਾ ਹੱਥ ਸੀ, ਕਿਉਂਕਿ RSS ਨਹੀਂ ਸੀ ਚਾਹੁੰਦੀ ਕਿ ਸਿੱਖੀ ਦਾ ਪ੍ਰਚਾਰ ਹੋਵੇ। ਸੰਤ ਜਰਨੈਲ ਸਿੰਘ ਜੀ ਹਜ਼ਾਰਾਂ ਸੰਗਤਾਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਵਾਲੇ ਬਣਾ ਰਹੇ ਸਨ। ਹਰੇਕ ਸਿੱਖ ਦੇ ਗਾਤਰੇ ਕਿਰਪਾਨ ਹੀ ਤੇ ਚੰਗੀ ਨਹੀਂ ਸੀ ਲੱਗਦੀ। RSS ਨੂੰ ਇੰਦਰਾ ਗਾਂਧੀ ਨੇ ਹੁਕਮ ਦੇ ਦਿੱਤਾ ਕਿ ਸਿੱਖਾਂ ਨੂੰ ਐਸੀ ਮਾਰ ਮਾਰੀ ਜਾਵੇ ਕੋਈ ਵੀ ਸਿੱਖ ਬਾਗੀ ਹੋਣ ਦੀ ਜੁਰਤ ਨਾ ਕਰੇ। ਭਾਰਤੀ ਹਕੂਮਤ ਚੰਗੀ ਤਰ੍ਹਾਂ ਜਾਣਦੀ ਸੀ ਕਿ ਜਿੰਨਾ ਮੁਸਲਮਾਨਾਂ ਲਈ ਮੱਕਾ ਪਿਆਰਾ ਹੈ ਓਨਾ ਹੀ ਸਿੱਖਾਂ ਨੂੰ ਸ੍ਰੀ ਹਰਿਮੰਦਰ ਪਿਆਰਾ ਹੈ। ਜਿੰਨਾ ਸਮਾਂ ਪੰਜਾਬ ਦੀ ਧਰਤੀ ਤੇ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਹੈ, ਦੁਨੀਆ ਦੀ ਕੋਈ ਵੀ ਤਾਕਤ ਸਿੱਖਾਂ ਨੂੰ ਖਤਮ ਨਹੀਂ ਕਰ ਸਕਦੀ। ਇਸੇ ਕਰਕੇ ਸਮੇਂ-ਸਮੇਂ ਜ਼ੁਲਮੀ ਹੁਕਮਰਾਨਾਂ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਨੂੰ ਨਿਸ਼ਾਨਾ ਬਣਾਇਆ ਜਾਂਦਾ ਰਿਹਾ। ਸਾਰੇ ਪੰਜਾਬ ਨੂੰ ਫੌਜੀ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ। ਜਿੱਧਰ ਵੀ ਦੇਖੋ ਫੌਜ ਹੀ ਫੌਜ। 6 ਲੱਖ ਫੌਜ ਸਾਰੇ ਪੰਜਾਬ ਵਿੱਚ ਲਾਈ ਹੈ। 1,33,000 ਫੌਜ ਸ੍ਰੀ ਹਰਿਮੰਦਰ ਸਾਹਿਬ ਤੇ ਹਮਲਾ ਕਰਨ ਲਈ ਲਾਈ ਗਈ। 2 ਲੱਖ ਫੌਜ ਸ੍ਰੀ ਹਰਿਮੰਦਰ ਸਾਹਿਬ ਦੇ 25 ਕਿਲੋਮੀਟਰ ਦੇ ਘੇਰੇ ਵਿੱਚ ਰੱਖੀ ਗਈ, ਲੋੜ ਪੈਣ ਤੇ ਬੁਲਾਇਆ ਜਾ ਸਕੇ। ਇੰਨੀ ਵੱਡੀ ਗਿਣਤੀ ਵਿੱਚ ਫੌਜ ਸੰਤਾਂ ਨੂੰ ਫੜਨ ਲਈ ਨਹੀਂ, ਸਿੱਖਾਂ ਦਾ ਘਾਣ ਕਰਨ ਪਹੁੰਚੀ ਸੀ। ਪੰਜਾਬ ਨੂੰ ਸਾਰੀ ਦੁਨੀਆ ਨਾਲੋਂ ਤੋੜ ਦਿੱਤਾ। ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਵੱਡੀ ਗਿਣਤੀ ਵਿੱਚ ਸੰਗਤਾਂ ਸ੍ਰੀ ਦਰਬਾਰ ਸਾਹਿਬ ਪਹੁੰਚੀਆਂ ਹੋਈਆਂ ਸਨ। 1 ਜੂਨ ਦੀ ਗੋਲੀਬਾਰੀ ਵਿੱਚ ਪਾਠ ਕਰਦੇ ਗ੍ਰੰਥੀ ਸਿੰਘ ਦੇ ਗੋਲੀ ਵੱਜੀ ਸੀ। ਸ੍ਰੀ ਹਰਿਮੰਦਰ ਸਾਹਿਬ ਤੇ ਬੇਅੰਤ ਗੋਲੀਆਂ ਵੱਜੀਆਂ। ਫੌਜ ਵੱਲੋਂ 7 ਘੰਟੇ ਗੋਲੀ ਚਲਾਈ ਗਈ। ਸੰਗਤਾਂ ਵਿੱਚੋਂ 8 ਜਾਣੇ ਸ਼ਹੀਦ ਹੋ ਗਏ ਸਨ। ਬੱਬਰਾਂ ਵਿੱਚੋਂ ਭਾਈ ਮਹਿੰਗਾ ਸਿੰਘ ਜੀ ਵੀ 1 ਜੂਨ ਨੂੰ ਹੀ ਸ਼ਹੀਦ ਹੁੰਦੇ ਨੇ। ਸ੍ਰੀ ਹਰਿਮੰਦਰ ਸਾਹਿਬ ਦੇ ਚੌਗਿਰਦੇ ਘਰਾਂ ਉੱਪਰ ਫੌਜ ਵੱਲੋਂ ਸਖਤ ਮੋਰਚਾਬੰਦੀ ਕੀਤੀ ਗਈ। ਉਹ ਇਸ ਲਈ ਕਿ ਕੋਈ ਸਿੰਘ ਬਚੇ ਨਾ। ਸੰਤਾਂ ਨੂੰ ਫੜਨ ਦੇ ਇਰਾਦੇ ਨਾਲ ਇੰਦਰਾ ਨੇ ਫੌਜ ਨਹੀਂ ਸੀ ਭੇਜੀ, ਸਿਰਫ ਮਾਰਨਾ। ਬਿਜਲੀ ਦਾ ਕਨੈਕਸ਼ਨ ਵੀ ਕੱਟ ਦਿੱਤਾ ਗਿਆ। ਪਾਣੀ ਦੀ ਸਪਲਾਈ ਵੀ ਬੰਦ ਕਰ ਦਿੱਤੀ ਗਈ। ਇੰਦਰਾ ਗਾਂਧੀ ਦੀ ਕੂਟਨੀਤੀ ਨੂੰ ਅੱਜ ਵੀ ਕਈ ਸਿੱਖ ਸਮਝ ਨਹੀਂ ਸਕੇ। ਬਥੇਰੇ ਆ ਇਹੋ ਜਿਹੇ ਜਿਹੜੇ ਕਹਿੰਦੇ ਆ ਕਿ ਸੰਤ ਜੀ ਇੰਦਰਾ ਗਾਂਧੀ ਦੀਆਂ ਹਦਾਇਤਾਂ ਨਾਲ ਸਹਿਮਤ ਹੋ ਜਾਂਦੇ, ਭਾਵ ਕਿ ਸਮਝੌਤਾ ਕਰ ਲੈਂਦੇ, ਇੰਨਾ ਖੂਨ ਖਰਾਬਾ ਨਾ ਹੁੰਦਾ। ਕੀ ਉਹ ਇਹ ਗੱਲ ਦ੍ਰਿੜ ਇਰਾਦੇ ਨਾਲ ਕਹਿ ਸਕਦੇ ਹਨ ਕਿ ਇੰਦਰਾ ਗਾਂਧੀ ਨਹੀਂ ਸੀ ਚਾਹੁੰਦੀ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨਾ? ਫਿਰ ਕਿਸ ਦੇ ਹੁਕਮ ਨਾਲ 17 ਦਿਨ ਹਿਮਾਚਲ ਪ੍ਰਦੇਸ਼ ਵਿੱਚ ਫੌਜ ਨੂੰ ਸਿਖਲਾਈ ਦਿੱਤੀ ਗਈ? ਹਿਮਾਚਲ ਪ੍ਰਦੇਸ਼ ਤੋਂ ਬਾਅਦ ਹੈਦਰਾਬਾਦ ਵਿੱਚ ਫੌਜ ਨੂੰ ਸਿਖਲਾਈ ਦਿੱਤੀ ਗਈ। ਕੀ ਉਹ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨ ਦੀ ਤਿਆਰੀ ਨਹੀਂ ਸੀ ਹੋ ਰਹੀ? ਸਿੱਖਾਂ ਨੂੰ ਐਸਾ ਸਬਕ ਸਿਖਾਇਆ ਜਾਵੇ ਤਾਂ ਜੋ ਕੋਈ ਸਿੱਖ ਭਾਰਤੀ ਹਕੂਮਤ ਅੱਗੇ ਖੜਨ ਦੀ ਜੁਰਤ ਨਾ ਕਰੇ। ਕੀ ਇਹ ਇੰਦਰਾ ਦੇ ਬੋਲ ਹਮਲਾ ਕਰਨ ਦਾ ਸੰਕੇਤ ਨਹੀਂ ਸਨ ਦੇ ਰਹੇ? ਇੰਦਰਾ ਗਾਂਧੀ ਵੱਲੋਂ ਫੌਜੀ ਕਮਾਂਡਰਾਂ ਨੂੰ ਇਹ ਗੱਲ ਕਹਿਣੀ, ਜੇ ਹਮਲਾ ਨਾ ਕੀਤਾ ਤਾਂ ਭਿੰਡਰਾਂ ਵਾਲੇ ਦੀ ਵੱਧ ਰਹੀ ਲੋਕਪ੍ਰਿਯਤਾ ਸਰਕਾਰ ਲਈ ਖਤਰਾ ਹੈ।
ਕੀ ਇਹ ਹਮਲੇ ਦੇ ਸੰਕੇਤ ਨਹੀਂ? ਫੌਜ ਨੂੰ ਖੁੱਲ੍ਹ ਦੇਣੀ, ਵੱਧ ਤੋਂ ਵੱਧ ਬਲ ਦਾ ਪ੍ਰਯੋਗ ਕਰੋ। ਇਹ ਕੀ ਸੀ? ਕੋਈ ਵੀ ਯਾਤਰੂ ਬਾਹਰ ਨਹੀਂ ਆਉਣਾ ਚਾਹੀਦਾ। ਫੌਜ ਦਾ ਜਵਾਨ ਬਿਨਾਂ ਕਿਸੇ ਰੋਕ ਟੋਕ ਦੇ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰ ਸਕਦਾ ਹੈ। ਹਥਿਆਰਬੰਦ ਲਾਸ਼ ਕੋਲ ਜਾਣ ਤੋਂ ਪਹਿਲਾਂ 2 ਗੋਲੀਆਂ ਮਾਰੀਆਂ ਜਾਣ। ਕਿਸੇ ਵੀ ਔਰਤ ਨੂੰ ਬੇਇੱਜ਼ਤ ਕਰਨ ਵਾਲੇ ਫੌਜੀ ਜਵਾਨ ਨੂੰ ਕੋਈ ਸਜ਼ਾ ਨਾ ਦਿੱਤੀ ਜਾਵੇ। ਕੀ ਇਹ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨ ਦੇ ਸੰਕੇਤ ਨਹੀਂ? 2 ਜੂਨ ਦੀ ਰਾਤ 10:30 ਵਜੇ 2200 ਜਵਾਨ ਕੀੜਿਆਂ ਵਾਂਗ ਰੇਂਗਦਾ ਹੋਇਆ ਮੁੱਖ ਦਰਵਾਜ਼ੇ ਰਾਹੀਂ ਅੰਦਰ ਵਾੜਿਆ ਗਿਆ। ਅੰਦਰ ਵੜਨ ਦੀ ਦੇਰ ਹੀ ਸੀ, ਸਿੰਘਾਂ ਵੱਲੋਂ ਇੱਕੋ ਦਮ ਫਾਇਰਿੰਗ ਖੋਲ੍ਹ ਦਿੱਤੀ ਗਈ। ਸਭ ਪਾਸੇ ਹਾਹਾਕਾਰ ਮਚ ਗਈ, ਚੀਕਾਂ ਅਸਮਾਨੀ ਗੂੰਜ ਰਹੀਆਂ ਸਨ। ਪਹਿਲੇ ਹਮਲੇ ਵਿੱਚ ਹੀ ਸਿੰਘਾਂ ਨੇ 2000 ਧੁਰ ਦੀ ਗੱਡੀ ਚਾੜ ਦਿੱਤਾ। ਗੁਰੂ ਕਾ ਸਿੰਘ ਹੋਰ ਤਾਂ ਬਹੁਤ ਕੁਝ ਬਰਦਾਸ਼ਤ ਕਰ ਸਕਦਾ ਹੈ, ਪਰ ਸ੍ਰੀ ਹਰਿਮੰਦਰ ਸਾਹਿਬ ਤੇ ਦੁਸ਼ਮਣ ਹਮਲਾ ਕਰਕੇ ਸੁੱਕਾ ਚਲਾ ਜਾਵੇ, ਕੋਈ ਵੀ ਗੁਰੂ ਦਾ ਸਿੱਖ ਇਹ ਕਦੇ ਬਰਦਾਸ਼ਤ ਨਹੀਂ ਕਰੇਗਾ। ਸਿੰਘਾਂ ਦੇ ਇਸ ਪਹਿਲੇ ਹਮਲੇ ਨੇ ਵੱਡੇ ਵੱਡੇ ਅਫਸਰਾਂ ਦੇ ਪੈਰਾਂ ਹੇਠੋਂ ਜ਼ਮੀਨ ਕੱਢ ਦਿੱਤੀ। ਦਿੱਲੀ ਤੱਕ ਵਾਇਰਲੈਸ ਸੈੱਟ ਵੱਜ ਉੱਠੇ ਸਨ। 3 ਜੂਨ ਦੀ ਸਵੇਰ ਨੂੰ ਮਾਰੇ ਗਏ ਜਵਾਨਾਂ ਦੀਆਂ ਲਾਸ਼ਾਂ ਚੁੱਕਣ ਲਈ ਸੰਤਾਂ ਅੱਗੇ ਬੇਨਤੀ ਕੀਤੀ ਗਈ। ਅੱਗੋਂ ਹਾਂ ਵਿੱਚ ਜਵਾਬ ਆਉਣ ਤੇ 300 ਭੰਗੀ ਲਾ ਕੇ 1.5 ਘੰਟੇ ਵਿੱਚ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਸਿੰਘਾਂ ਦੇ ਇਸ ਹਮਲੇ ਤੋਂ ਬਾਅਦ ਕਿਸੇ ਫੌਜੀ ਦੀ ਜੁਰਤ ਨਹੀਂ ਸੀ ਕਿ ਸ੍ਰੀ ਦਰਬਾਰ ਸਾਹਿਬ ਦੀਆਂ ਪਰਿਕਰਮਾ ਵਿੱਚ ਉਤਰ ਸਕੇ। ਅਖੀਰ ਫੌਜ ਨੂੰ ਹੈਲੀਕਾਪਟਰ ਵਰਤਣਾ ਪਿਆ। ਉਹ ਵੀ ਇੱਕ ਨਹੀਂ, ਇਕੱਠੇ 11 ਹੈਲੀਕਾਪਟਰ। 11 ਹੈਲੀਕਾਪਟਰਾਂ ਰਾਹੀਂ ਗਰਨੇਡਾਂ ਨਾਲ ਲੱਦੇ 912 ਕਮਾਂਡੋਆਂ ਨੂੰ, ਜਿਹੜੇ ਮੌਤ ਕੂਕ ਰਹੇ ਸਨ, ਉੱਪਰਲੀਆਂ ਛੱਤਾਂ ਤੇ ਉਤਾਰਿਆ ਗਿਆ। ਕਮਾਂਡੋ ਮੌਤ ਕੂਕ ਰਹੇ ਸਨ। ਸਿੰਘਾਂ ਨੇ ਇਹ ਵੀ ਇੱਛਾ ਪੂਰੀ ਕਰ ਦਿੱਤੀ। ਪਾਣੀ ਵਾਲੀ ਟੈਂਕੀ, ਬੁੰਗਿਆਂ ਵਿੱਚ ਜਿਹੜੇ ਸਿੰਘ ਮੋਰਚੇ ਬਣਾ ਕੇ ਬੈਠੇ ਸਨ, ਇੱਕੋ ਦਮ ਸਿੰਘਾਂ ਨੇ ਫਾਇਰਿੰਗ ਖੋਲ੍ਹੀ। 912 ਦੇ 912 ਕਮਾਂਡੋ ਸਿੰਘਾਂ ਨੇ ਢੇਰ ਕਰ ਦਿੱਤੇ। ਸਰਕਾਰ ਦੇ ਇੰਨੇ ਬੰਦੇ ਮਰ ਜਾਣ ਪਿੱਛੋਂ ਭਾਰਤੀ ਹਕੂਮਤ ਦੇ ਦਿਮਾਗ ਵਿੱਚ ਇਹ ਗੱਲ ਘਰ ਕਰ ਗਈ ਸੀ ਕਿ ਜੰਗ ਜਿੱਤਣੀ ਕੋਈ ਸੌਖੀ ਨਹੀਂ। ਕੇਂਦਰ ਸਰਕਾਰ ਨੂੰ ਇਹ ਵੀ ਡਰ ਸੀ ਕਿ ਕਿਤੇ ਪੰਜਾਬ ਵਿੱਚ ਬਗਾਵਤ ਨਾ ਉੱਠ ਖਲੋਵੇ, ਕਿਉਂਕਿ ਸੰਤ ਜੀ ਇਹ ਗੱਲ ਕਹਿੰਦੇ ਰਹੇ ਹਨ ਕਿ ਜਦੋਂ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰ ਦਿੱਤਾ ਤਾਂ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ, ਨਾ ਕਿਸੇ ਦੀ ਸਲਾਹ ਲੈਣ ਦੀ ਲੋੜ ਹੈ, ਨਾ ਸ੍ਰੀ ਦਰਬਾਰ ਸਾਹਿਬ ਆਉਣ ਦੀ ਲੋੜ ਹੈ। ਆਪੋ ਆਪਣੀ ਜ਼ਿੰਮੇਵਾਰੀ ਸਮਝਦਿਆਂ ਹੋਇਆਂ ਆਪੋ ਆਪਣੇ ਪਿੰਡਾਂ ਸ਼ਹਿਰਾਂ ਵਿੱਚ ਦੁਸ਼ਮਣਾਂ ਨੂੰ ਸੋਧ ਦੇਣਾ। ਇਸ ਤੋਂ ਪਹਿਲਾਂ ਪੰਜਾਬ ਵਿੱਚ ਬਗਾਵਤ ਜਨਮ ਲੈ ਲਵੇ, ਘਰਾਂ ਵਿੱਚ ਬੰਦ ਜਵਾਨੀ ਸੜਕਾਂ ਉੱਪਰ ਉਤਰ ਆਵੇ, ਇਹ ਸਭ ਕੁਝ ਰੋਕਣ ਲਈ ਸਰਕਾਰ ਨੇ ਇੱਕ ਚਾਲ ਚੱਲੀ। 7000 ਗਦਾਰ ਇਕੱਠੇ ਕੀਤੇ ਗਏ। ਇਹ ਸਾਰੇ ਉਹ ਸਨ ਜਿਹੜੇ ਥਾਣਿਆਂ ਵਿੱਚ ਗੁਰੂ ਕਿਆਂ ਸਿੰਘਾਂ ਦੀ ਮੁਖਬਰੀ ਕਰਿਆ ਕਰਦੇ। ਇਹਨਾਂ ਦੇ ਪਹਿਚਾਣ ਪੱਤਰ ਬਣਾਏ ਗਏ ਤਾਂ ਜੋ ਇਹਨਾਂ ਗਦਾਰਾਂ ਦੀ ਪਹਿਚਾਣ ਕਰਕੇ ਫੌਜ ਅਤੇ ਪੁਲਿਸ ਰਾਹ ਵਿੱਚ ਰੋਕ ਨਾ ਸਕੇ। ਕਿਵੇਂ ਗੁੰਮਰਾਹ ਕਰਨਾ ਹੈ ਪਿੰਡਾਂ ਦੇ ਲੋਕਾਂ ਨੂੰ, ਸਾਰੀ ਗੱਲਬਾਤ ਸਮਝਾ ਦਿੱਤੀ ਗਈ। ਤੁਰਿਆ ਗਿੱਦੜਾਂ ਦਾ ਵੱਗ ਪਿੰਡਾਂ ਦੇ ਲੋਕਾਂ ਨੂੰ ਗੁੰਮਰਾਹ ਕਰਨ ਲਈ। ਇਹ ਸਰਕਾਰੀ ਮੁਖਬਰ ਪਿੰਡਾਂ ਵਿੱਚ ਕਹਿੰਦੇ ਫਿਰਦੇ ਨੇ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰ ਦਿੱਤਾ ਹੈ, ਸੰਤਾਂ ਨੇ ਤੁਹਾਨੂੰ ਬੁਲਾਇਆ ਹੈ। ਸੁਣਦਿਆਂ ਸਾਰ ਸੰਗਤਾਂ ਨੇ ਸ੍ਰੀ ਦਰਬਾਰ ਸਾਹਿਬ ਨੂੰ ਚਾਲੇ ਪਾ ਦਿੱਤੇ। ਸਰਕਾਰ ਦੀ ਸਕੀਮ ਕਾਮਯਾਬ ਹੋ ਗਈ। ਰਸਤੇ ਵਿੱਚ ਹੀ ਸੰਗਤਾਂ ਨੂੰ ਫੌਜ ਨੇ ਰੋਕ ਲਿਆ, ਡੰਡਿਆਂ ਨਾਲ ਮਾਰਿਆ ਗਿਆ। ਕਈ ਘੰਟੇ ਭੁੱਖੇ ਪਿਆਸੇ ਰੱਖ ਕੇ ਵਾਪਸ ਘਰਾਂ ਨੂੰ ਤੋਰ ਦਿੱਤਾ ਗਿਆ। ਉਧਰ ਪਰਿਕਰਮਾ ਵਿੱਚ ਦੁਪਹਿਰ ਦੇ 12 ਵਜੇ 33 ਬੁਲਟ ਪ੍ਰੂਫ ਗੱਡੀਆਂ ਵਾੜੀਆਂ ਗਈਆਂ।
रूस विच बणियां बुलट प्रूफ जैकटां पा के फौज दे जवान बुलट प्रूफ गड्डियां नूं ढाल बना के परिक्रमा विच दाखल होए। ਸਿੰਘਾਂ ਨੂੰ पता लग्या कि बुलट प्रूफ जैकटां पाई फौजी मूँह चक्की तुरे आउंदे ने अगे नूं। ਸਿੰਘਾਂ ने तुरत फुरत भाई सोबेग सिंह जी नूं सारी गल दस दित्ती। भाई सोबेग सिंह जी दे समझाउण मुताबक ਸਿੰਘਾਂ ने ऐसा धमाका किया 155 जवानां नूं नरकां दे राह तोड़ दिता है। ਸਿੰਘਾਂ ने अपने शरीरां नाल बंब बन बन के ऐसियां छालां मारियां 77 जवानां नूं जिहड़े सिर तो लैके पैरां तक बुलट प्रूफ जैकटां पाई फिरदे सी तुम्बा तुम्बा करके उड़ा दिते ने। बराड़ कहंदा मैं बेझिझक ये गल आखांगा, एक वार ते इंज लगदा सी, एक वार ते इंज लगदा सी जिवें बघियाड़ ने शेर दे मूँह विच हथ पा लिया होवे। 4 जून नूं कुछ घंटियां विच रूस विच बनाईयां बख्तरबंद गड्डियां जिन्हां दे उपर 27 इंच मोटा लोहा चाढ़िया होया ਅੰਮ੍ਰਿਤਸਰ लियांदियां गईयां। ਅੰਮ੍ਰਿਤ वेले जिवें ही ये गड्डियां नूं परिक्रमा विच उतारिया गया, चीन विच बने राकट नाल ਸਿੰਘਾਂ ने हल्ला कर दिता। चीनी राकट वजदियां सार ही गड्डी रूह वांग उड्डी 61 फुट अगे सरोवर विच जा डिग्गी। 4 गड्डियां होर सरोवर विच जा डिग्गियां। ਸਿੰਘਾਂ दे इस हल्ले ने रूस दीयां गड्डियां नूं नकारा कर दिता। फौज दे 59 बंदे मारे गए इस कार्रवाई विच। इस तो बाद जहाज आसमान विच उड़ाए गए। इन्हां 7 जहाज़ां विचों ਅੰਮ੍ਰਿਤ वेले 2:30 वजे तो 3:30 वजे तक फायरिंग हुंदी रही। 3:30 तो बाद गोरखा रैजीमेंट दे 4623 जवानां नूं उपरलियां छत्तां ते उतारिया गया। इन्हां गोरखियां दा मुकाबला करन वास्ते कुछ सिंह उपर आउंदे ने। 45 मिनट दी इस जंग दौरान 61 सिंह शहीदियां प्राप्त कर गए सन। अखीर उपर मोर्चियां विच बैठे ਸਿੰਘਾਂ ਵੱਲੋਂ ਇੱਕੋ-ਦਮ फायरिंग शुरू कर दित्ती गई। गोरखा रैजीमेंट ने 45 मिनट विच केवल 61 सिंह शहीद किए सन। इधर गुरु दियां ਸਿੰਘਾਂ ने सिर्फ 35 मिनट गोलियां चला के 2773 गोरखे सदा दी नींद सवा दिते। 900 तो वध गोरखे जख्मी कर दिते। एक पासे झूठी सरकार दे नौकर ते दूजे पासे कलगियां वाले पातशाह सच्ची सरकार नूं प्यार करन वाले। इकना दा व्यापार सी ते इकना दा प्यार सी। व्यापार वाले की मुकाबला कर सकते सन प्यार वाले गुरु के ਸਿੰਘਾਂ दा। इंदिरा गांधी दिल्ली बैठी देख रही है सब कुछ। वैद्या नाल विचार होई कि हुण नैशनल हाई सिक्योरिटी नूं भेजिया जावे। श्री दरबार साहिब ये भारत देश की सब तो महंगी सिक्योरिटी सी जिस दी सिखलाई रूस अते फ्रांस विच करवाई जाती है। VIPयां दुआले यही सिक्योरिटी होया करदी है। 4 जून की शाम नूं 3 जहाज़ां राहीं 1300 कमांडोआं नूं श्री ਅੰਮ੍ਰਿਤਸਰ पहुँचाया गया। इन्हां सारे कमांडोआं दा मुखी सी ब्रह्म मिश्रा। सिर्फ 10 घंटे रात रात विच पूरा करांगा ये मिशन। बल्ले बल्ले विच ब्रह्म मिश्रा ये गल कह ते बैठा, पर इसनूं ये नहीं सी पता कि इस तो पहला भी कई ब्रह्म मिश्रे हो गुजरे। बराड़ वर्गे जिहड़े कहिंदे सी 5-6 घंटियां विच ही भिंडरां वाले नूं गिरफ्तार करके दिल्ली इंदिरा दे पेश कर दिता जाएगा। बड़े गुप्त तरीके नाल सुरंग पुट के कमांडोआं नूं अंदर वाड़िया गया। तहखाने अंदर प्रवेश करन तो बाद सारे कमांडो उपर वल वध रहे सन। उपर कुछ को ਸਿੰਘਾਂ दा मुकाबला हो जाण ते ब्रह्म मिश्रे दे कमांडो 45 ਸਿੰਘਾਂ नूं शहीद करन विच कामयाब होए। इन्हां कमांडोआं बारे ਸਿੰਘਾਂ नूं जदों पता लग्या
ਤਾਂ ਉਸ ਵੇਲੇ ਪਿੱਤਲ ਦੇ ਬਣੇ ਸਿਲੰਡਰ ਸੁੱਟੇ ਗਏ। ਇਹਨਾਂ ਸਿਲੰਡਰਾਂ ਵਿੱਚ ਪ੍ਰਪੈਨ ਗੈਸ ਭਰੀ ਹੋਣ ਕਰਕੇ ਫਟਦਿਆਂ ਸਾਰ ਅੱਗ ਦੇ ਭਾਂਬੜ ਮੱਚ ਉੱਠੇ। ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲੇ ਕਮਾਂਡੋ ਇਸ ਅੱਗ ਤੋਂ ਬਚ ਨਾ ਸਕੇ। 133 ਕਮਾਂਡੋ ਅੱਗ ਵਿੱਚ ਸੜ ਕੇ ਮਰ ਗਏ। ਕਈ ਕਮਾਂਡੋ ਗਰਨੇਡ ਫਟਣ ਕਰਕੇ ਮਾਰੇ ਗਏ। ਜਿਹੜੇ ਕਮਾਂਡੋਆਂ ਨੇ ਲੱਕ ਨਾਲ ਬੰਨੇ ਹੋਏ ਸਨ, ਕੁਝ ਕਮਾਂਡੋ ਸਿੰਘਾਂ ਦੇ ਹੱਥ ਆ ਗਏ। ਬ੍ਰਹਮ ਮਿਸ਼ਰੇ ਦੇ ਕਮਾਂਡੋ ਸਿੰਘਾਂ ਅੱਗੇ ਲਿਲਕੜੀਆਂ ਕੱਢਦੇ ਫਿਰਦੇ ਆ। ਸਿੰਘਾਂ ਲਾ ਲਏ ਅੱਗੇ, ਸਾਰੀ ਜਾਣਕਾਰੀ ਲੈ ਲਈ, ਬੁਲਟ ਪ੍ਰੂਫ ਜੈਕਟਾਂ ਵੀ ਲਵਾ ਲਈਆਂ। ਅਖੀਰ ਸਿੰਘਾਂ ਨੇ ਇਹਨਾਂ ਨੂੰ ਵੀ ਇਹਨਾਂ ਦੇ ਭਰਾਵਾਂ ਕੋਲ ਨਰਕਾਂ ਵਿੱਚ ਭੇਜ ਦਿੱਤਾ, ਚੜ੍ਹ ਦਿੱਤਾ ਗੱਡੀ ਇਹਨਾਂ ਨੂੰ ਵੀ। ਇਸ ਤਰ੍ਹਾਂ ਦੇ ਸਾਰੇ ਹੀਲੇ ਵਸੀਲੇ ਮੁੱਕ ਜਾਣ ਪਿੱਛੋਂ ਟੈਂਕਾਂ ਨਾਲ ਕਾਰਵਾਈ ਕਰਨ ਲਈ ਤਿਆਰੀ ਕੀਤੀ ਗਈ। 5 ਜੂਨ ਨੂੰ ਫੌਜ ਦੁਆਰਾ ਵੱਡੇ ਟੈਂਕ ਵਰਤੇ ਗਏ। ਪਾਣੀ ਵਾਲੀ ਟੈਂਕੀ ਵਿੱਚ ਬਣਾਏ ਹੋਏ ਸਿੰਘਾਂ ਦੇ ਮੋਰਚੇ ਨੂੰ ਟੈਂਕਾਂ ਦੇ ਗੋਲਿਆਂ ਨਾਲ ਉਡਾ ਦਿੱਤਾ ਗਿਆ। ਜਿੰਨੇ ਸਿੰਘ ਬੁੰਗਿਆਂ ਵਿੱਚ ਪਾਣੀ ਵਾਲੀ ਟੈਂਕੀ ਵਿੱਚ ਮੋਰਚੇ ਬਣਾਈ ਬੈਠੇ ਸਨ, ਸਾਰੇ ਹੀ ਸ਼ਹੀਦੀਆਂ ਪ੍ਰਾਪਤ ਕਰ ਗਏ। 5 ਜੂਨ ਨੂੰ ਪ੍ਰਕਰਮਾਂ ਵਿੱਚ 4 ਵੱਡੇ ਟੈਂਕ ਵਾੜੇ ਗਏ। 6 ਜੂਨ ਨੂੰ ਪਹਿਲਾ ਗੋਲਾ ਅੰਮ੍ਰਿਤ ਵੇਲੇ 4 ਵਜੇ ਸ੍ਰੀ ਅਕਾਲ ਤਖਤ ਸਾਹਿਬ ਤੇ ਸੁੱਟਿਆ ਗਿਆ। 5 ਅਤੇ 6 ਜੂਨ ਦੀ ਰਾਤ ਨੂੰ 12:30-1 ਵਜੇ ਦੇ ਕਰੀਬ ਸ੍ਰੀ ਅਕਾਲ ਤਖਤ ਸਾਹਿਬ ਦੇ ਕੋਲ ਸ੍ਰੀ ਨਿਸ਼ਾਨ ਸਾਹਿਬਾਂ ਦੇ ਨੇੜੇ ਗੋਲੀ ਲੱਗੀ ਸੀ। ਜਨਰਲ ਭਾਈ ਸੁਬੇਗ ਸਿੰਘ ਜੀ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ ਗੁਰੂ ਕਾ ਲਾਲ। ਭਾਈ ਬਖਸ਼ੀਸ਼ ਸਿੰਘ ਜੀ ਨੇ ਜਨਰਲ ਭਾਈ ਸੁਬੇਗ ਸਿੰਘ ਜੀ ਨੂੰ ਮੋਢਿਆਂ ਤੇ ਚੁੱਕ ਕੇ ਲਿਆਂਦਾ ਸੀ ਸੰਤ ਜਰਨੈਲ ਸਿੰਘ ਜੀ ਦੇ ਕੋਲ ਸ੍ਰੀ ਅਕਾਲ ਤਖਤ ਸਾਹਿਬ ਦੇ ਥੱਲੇ ਭੋਰੇ ਵਿੱਚ। ਭਾਈ ਸੁਬੇਗ ਸਿੰਘ ਜੀ ਕਹਿਣ ਲੱਗੇ, ਸੰਤ ਜੀ, ਤੁਹਾਡੇ ਬਚਨਾਂ ਮੁਤਾਬਕ ਮੈਂ ਹਥਿਆਰ ਸੁੱਟ ਕੇ ਨਹੀਂ ਆਇਆ, ਆਪਣੇ ਨਾਲ ਲੈ ਕੇ ਆਇਆ ਹਾਂ। ਸੰਤ ਜੀ ਕਹਿਣ ਲੱਗੇ, ਤੁਹਾਡੀ ਕੁਰਬਾਨੀ ਨੂੰ ਰਹਿੰਦੀ ਦੁਨੀਆ ਤੱਕ ਸੰਗਤ ਯਾਦ ਰੱਖੇਗੀ। ਤੁਹਾਡੀ ਕੀਤੀ ਹੋਈ ਮੋਰਚਾਬੰਦੀ ਦੀਆਂ ਲੋਕ ਮਿਸਾਲਾਂ ਦਿਆ ਕਰਨਗੇ। ਇਸ ਤਰ੍ਹਾਂ ਸਿੱਖ ਕੌਮ ਦੇ ਮਹਾਨ ਸੂਰਮੇ ਜਨਰਲ ਭਾਈ ਸੁਬੇਗ ਸਿੰਘ ਜੀ ਦੀ ਸ਼ਹੀਦੀ ਹੁੰਦੀ ਹੈ। 6 ਜੂਨ ਨੂੰ ਅੰਮ੍ਰਿਤ ਵੇਲੇ ਫੌਜ ਨੇ ਇੱਕ ਇੱਕ ਕਰਕੇ ਇਕੱਠੇ 9 ਗੋਲੇ ਸ੍ਰੀ ਅਕਾਲ ਤਖਤ ਸਾਹਿਬ ਤੇ ਸੁੱਟੇ ਸਨ। ਉਹਨਾਂ ਵਿੱਚੋਂ ਇੱਕ ਗੋਲਾ ਸ਼ਸਤਰਾਂ ਵਾਲੀ ਪਾਲਕੀ ਨੂੰ ਵੀ ਵੱਜਿਆ ਸੀ। ਸ੍ਰੀ ਅਕਾਲ ਤਖਤ ਸਾਹਿਬ ਦੇ ਅੰਦਰ ਸਿੰਘਾਂ ਵੱਲੋਂ 6 ਜੂਨ ਨੂੰ ਅੰਮ੍ਰਿਤ ਵੇਲੇ ਅਰਦਾਸ ਕੀਤੀ ਗਈ, ਐ ਪਰਉਪਕਾਰੀ ਗੁਰੂ ਮੀਰੀ ਪੀਰੀ ਦੇ ਮਾਲਕ ਜੀ, ਕਿਰਪਾ ਰੱਖਿਓ, ਆਪਣੇ ਦਾਸਾਂ ਤੇ ਬਲ ਬਖਸ਼ਿਓ, ਦੁਸ਼ਮਣ ਨਾਲ ਸਾਹਮਣੇ ਹੋ ਕੇ ਲੜ ਸਕੀਏ। ਅਰਦਾਸ ਕਰਨ ਤੋਂ ਬਾਅਦ ਬਾਕੀ ਬਚੇ ਸਿੰਘਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਾਹਰ ਆ ਕੇ ਭਾਰਤੀ ਫੌਜ ਨਾਲ ਆਮੋ ਸਾਹਮਣੇ ਟੱਕਰ ਵਿੱਚ ਕਈਆਂ ਨੂੰ ਮਾਰ ਕੇ ਆਪ ਸ਼ਹਾਦਤਾਂ ਦਾ ਜਾਮ ਪੀ ਗਏ ਸਨ। ਭਾਈ ਅਮਰੀਕ ਸਿੰਘ ਜੀ ਵੀ ਇਹਨਾਂ ਸਿੰਘਾਂ ਦੇ ਨਾਲ ਹੀ ਸ਼ਹੀਦੀ ਦਾ ਜਾਮ ਪ੍ਰਾਪਤ ਕਰ ਗਏ ਸਨ। ਸ੍ਰੀ ਅਕਾਲ ਤਖਤ ਸਾਹਿਬ ਨੂੰ ਭਾਰਤੀ ਹਕੂਮਤ ਦੁਆਰਾ ਢਹਿ ਢੇਰੀ ਕਰ ਦਿੱਤਾ ਗਿਆ। ਜੂਨ 1984 ਦਾ ਘੱਲੂ ਘਰ ਕਦੇ ਵੀ ਸਿੱਖਾਂ ਨੂੰ ਭੁੱਲਣਾ ਨਹੀਂ। ਜੂਨ 1984 ਵਿੱਚ ਹੋਏ ਘੱਲੂ ਘਾਰੇ ਦੇ ਜ਼ਖਮ ਅਜੇ ਵੀ ਹਰੇ ਹਨ। ਸਮਾਪਤੀ ਤੇ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜੀ। ਜੂਨ 1984 ਦੇ ਘੱਲੂ ਘਾਰੇ ਦਰਮਿਆਨ ਹੋਏ ਬੇਅੰਤ ਸ਼ਹੀਦਾਂ ਨੂੰ, ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸਮੂਹ ਸ਼ਹੀਦਾਂ ਨੂੰ ਦਾਸ ਵੱਲੋਂ ਇੱਕ ਵਾਰ ਨਹੀਂ, ਬੇਅੰਤ 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 ਵਾਰ ਪ੍ਰਣਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।